ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ। ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਰੁਕ ਸਭ ਤੋਂ ਪਹਿਲਾਂ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੱਡਾ ਦਾਅ ਖੇਡਣ ਦੀ ਤਿਆਰੀ ਹੋ ਚੁੱਕੀ ਹੈ। ਜੀ ਹਾਂ, ਕੈਪਟਨ ਅਮਰਿੰਦਰ ਸਿੰਘ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦੀ ਤਿਆਰੀ ਕਰ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਾਨੂੰਨੀ ਮਾਹਰਾਂ ਦੀ ਸਲਾਹ ਲਿੱਤੀ ਜਾ ਰਹੀ ਹੈ ਤਾਂ ਜੋ ਇਹਨਾਂ ਬਿਜਲੀ ਸਮਝੌਤਿਆਂ ਨੂੰ ਕਿਸੇ ਤਰੀਕੇ ਕਾਨੂੰਨੀ ਦਾਅ ਪੇਚ ਦੇ ਜ਼ਰੀਏ ਰੱਦ ਕੀਤਾ ਜਾ ਸਕੇ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਅਰਵਿੰਦ ਠੁਕਰਾਲ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ, ਜਿਸ ਟਵੀਟ ਦੇ ਵਿੱਚ ਉਹਨਾਂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਵੱਲੋਂ ਕੀਤੇ ਗਏ ਬਿਜਲੀ ਖਰੀਦ ਸਮਝੌਤੇ ਪਹਿਲਾਂ ਹੀ ਸਮੀਖਿਆ ਅਧੀਨ ਹਨ ਅਤੇ ਉਹਨਾਂ ਦੀ ਸਰਕਾਰ ਵੱਲੋਂ ਇਹਨਾਂ ਸਮਝੌਤਿਆਂ ਜਿਨ੍ਹਾਂ ਕਰਕੇ ਸੂਬੇ ਦੇ ਉੱਤੇ ਵਾਧੂ ਬੋਝ ਪਿਆ ਦੀ ਰੋਕਥਾਮ ਦੇ ਲਈ ਛੇਤੀ ਹੀ ਕਾਨੂੰਨੀ ਰਣਨੀਤੀ ਦਾ ਐਲਾਨ ਕੀਤਾ ਜਾਏਗਾ। ਮੁੱਖ ਮੰਤਰੀ ਜੋ ਕਿ ਸੂਬੇ ਵਿੱਚ ਬਿਜਲੀ ਸੰਬੰਧੀ ਹਾਲਾਤਾਂ ਦੀ ਸਮੀਖਿਆ ਕਰਨ ਲਈ ਇੱਕ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ ਨੇ ਬਾਅਦ ਦੇ ਵਿੱਚ ਕਿਹਾ ਕਿ ਬਾਦਲਾਂ ਵੱਲੋਂ ਆਪਣੇ ਹਕੂਮਤ ਦੇ ਦੌਰਾਨ ਦਸਤਖਤ ਕੀਤੇ ਗਏ ਤਰਕਹੀਣ ਬਿਜਲੀ ਖਰੀਦ ਇਕਰਾਰਨਾਮਿਆਂ ਕਾਰਨ ਪੰਜਾਬ ਨੂੰ ਹੋਰ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ, ਜਿਸ ਨੂੰ ਬਹੁਤ ਜਲਦ ਹੀ ਖਤਮ ਕਰ ਦਿੱਤਾ ਜਾਏਗਾ। ਸੋ ਇਸ ਦੇ ਲਈ ਕਾਨੂੰਨੀ ਜਿਹੜੀ ਯੋਜਨਾਬੰਦੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਬਣਾ ਲਈ ਗਈ ਹੈ। ਉਹਨਾਂ ਅੱਗੇ ਕਿਹਾ ਹੈ ਕਿ ਅਕਾਲੀ ਭਾਜਪਾ ਸਰਕਾਰ ਦੁਆਰਾ ਹਸਤਾਖਰ ਕੀਤੇ ਗਏ 139 ਅਜਿਹੇ ਇਕਰਾਰਨਾਮਿਆਂ ਵਿੱਚੋਂ ਸਿਰਫ 17 ਹੀ ਸੂਬੇ ਦੇ ਬਿਜਲੀ ਸੰਬੰਧੀ ਮੰਗ ਪੂਰੀ ਕਰਨ ਲਈ ਕਾਫੀ ਹਨ। ਉੱਥੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਵੱਲੋਂ ਹਸਤਾਖਰ ਕੀਤੇ ਗਏ 139 ਅਜਿਹੇ ਇਕਰਾਰਨਾਮਿਆਂ ਦੇ ਵਿੱਚੋਂ ਸਿਰਫ 17 ਹੀ ਸੂਬੇ ਦੇ ਬਿਜਲੀ ਸੰਬੰਧੀ ਮੰਗਾਂ ਪੂਰੀ ਕਰਨ ਦੇ ਲਈ ਕਾਫੀ ਸਨ। 1314 ਮੈਗਾਵਾਟ ਸਮਰੱਥਾ ਦੀ ਮਹਿੰਗੀ ਬਿਜਲੀ ਦੀ ਖਰੀਦ ਅਤੇ ਬਾਕੀ ਦੇ 122 ਇਕਰਾਰਨਾਮਿਆਂ ਉੱਤੇ ਬਿਨਾਂ ਵਜ੍ਹਾ ਸਿਆਹੀ ਲਾਉਣ ਤੋਂ ਬਾਅਦ ਸੂਬੇ ਦੇ ਉੱਤੇ ਵਾਧੂ ਆਰਥਿਕ ਬੋਝ ਪਿਆ ਹੈ, ਜਿਸ ਦੇ ਨਾਲ ਖਜ਼ਾਨੇ ਦੇ ਉੱਤੇ ਬਹੁਤ ਵੱਡਾ ਵਜ਼ਨ ਵੇਖਣ ਨੂੰ ਮਿਲ ਰਿਹਾ ਹੈ। ਉਹਨਾਂ ਦਾ ਕਹਿਣਾ ਸੀ ਕਿ ਲੋਕਾਂ ਨੂੰ ਜਲਦ ਹੀ ਕਾਨੂੰਨੀ ਦਾਅ ਪੇਚ ਦੇ ਰਾਹੀਂ ਇਹਨਾਂ ਸਾਰੇ ਬਿਜਲੀ ਸਮਝੌਤਿਆਂ ਨੂੰ ਰੱਦ ਕਰਕੇ ਵਿਖਾਵਾਂਗੇ। ਉਧਰ ਇਨੀ ਦਿਨੀ ਬਿਜਲੀ ਇੱਕ ਬਹੁਤ ਵੱਡਾ ਮਸਲਾ ਬਣਿਆ ਹੋਇਆ। ਬਿਜਲੀ ਮਸਲਾ ਇਸ ਕਰਕੇ ਹੈ ਕਿ ਪੰਜਾਬ ਦੇ ਵਿੱਚ ਜਾਂ ਤਾਂ ਬਿਜਲੀ ਆ ਹੀ ਨਹੀਂ ਰਹੀ, ਜੇ ਆ ਰਹੀ ਹੈ ਤਾਂ ਬਿਜਲੀ ਦਾ ਰੇਟ ਅਸਮਾਨੀ ਛੂ ਰਿਹਾ ਹੈ। ਇਸੇ ਦਰਮਿਆਨ ਹਰ ਪਾਸਿਓਂ ਕਿੱਲਤ ਦਾ ਸਾਹਮਣਾ ਕਰ ਰਹੇ ਲੋਕਾਂ ਦੇ ਵੱਲੋਂ ਬੀਤੇ ਕਈ ਦਿਨਾਂ ਤੋਂ ਰੋਡ ਜਾਮ ਕੀਤੇ ਜਾ ਰਹੇ ਨੇ ਤਾਂ ਜੋ ਪੰਜਾਬ ਦੀ ਬਿਜਲੀ ਪੂਰੀ ਕੀਤੀ ਜਾਏ। ਪੰਜਾਬ ਨੂੰ ਸਰਪਲਸ ਸੂਬਾ ਕਿਹਾ ਜਾਂਦਾ ਸੀ ਬਿਜਲੀ ਦੇ ਵਿੱਚ, ਪਰ ਪੰਜਾਬ ਦੇ ਵਿੱਚ ਹੀ ਬਿਜਲੀ ਦਾ ਸੰਕਟ ਹੈ। ਇਸੇ ਦਰਮਿਆਨ ਇੱਕ ਖਬਰ ਅਜਿਹੀ ਵੀ ਆਈ ਸੀ ਜੋ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜਦੀ ਸੀ, ਭਾਵ ਕਿ ਵਿਕਰਮ ਮਜੀਠੀਆ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆਪਣੇ ਘਰ ਦਾ ਬਿੱਲ ਨਹੀਂ ਭਰਿਆ ਗਿਆ, ਜਿਸ ਦੇ ਵਿੱਚ ਉਹਨਾਂ ਕਿਹਾ ਸੀ ਕਿ ਪਿਛਲੇ ਤਕਰੀਬਨ 9 ਤੋਂ 11 ਮਹੀਨਿਆਂ ਦੇ ਲਗਭਗ ਦਾ ਸਮਾਂ ਜਦੋਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਘਰ ਦਾ ਬਿਜਲੀ ਬਿੱਲ ਨਹੀਂ ਭਰਿਆ, ਜਿਸ ਨੂੰ ਲੈ ਕੇ ਨਵਜੋਤ ਕੌਰ ਸਿੱਧੂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ਦੇ ਉੱਤੇ ਲਿਆ ਗਿਆ ਹੈ। ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੀ ਕੱਲੀ ਗੱਲ ਦਾ ਠੋਕਵਾਂ ਜਵਾਬ ਦਿੱਤਾ। ਜਿਹੜੇ ਸੁਖਬੀਰ ਬਾਦਲ, ਤੈਨੂੰ ਤਕਲੀਫ ਹੋ ਰਹੀ ਹੈ ਨਾ, ਮਿਰਚਾਂ ਲੜ ਰਹੀਆਂ ਬਿਜਲੀ ਦੇ ਬਿੱਲ ਵਾਲੀਆਂ, ਤਾਂ ਮੈਂ ਬੜਾ ਕਲੀਅਰ ਕਰਦਾ ਕਿ ਸਾਡੇ ਕੋਲ ਹਰਾਮ ਦੇ ਪੈਸੇ ਨਹੀਂ, ਬੜੀ ਇੱਜ਼ਤ ਨਾਲ ਰੋਟੀ ਕਮਾਈ ਦੀ ਹੈ, ਤਨਖਾਹ ਜੋ ਗੁਜ਼ਾਰਾ ਕਰੀਦਾ। ਤੇ ਜੇ ਸ਼ੋਰੂਮ ਦੇ ਕਿਰਾਏ ਆ ਰਹੇ ਸੀ ਨਾ, ਤੇ ਇਹ ਆਪਣੇ ਕਰੋਨਾ ਦਾ ਟਾਈਮ ਸੀਗਾ ਜਦੋਂ ਚਲੋ ਰੈਂਟਲ ਇਨਕਮ ਬੰਦ ਹੋ ਗਈ ਤੇ ਬੰਦਾ ਔਖੇ ਹੋ ਕੇ ਵੀ ਗੁਜ਼ਾਰੇ ਕਰ ਰਿਹਾ ਤੇ ਆਪਣੇ ਘਰਾਂ ਦੇ ਉੱਤੇ ਸੋਲਰ ਲਾਏ ਹੈ। ਤੇ ਅੱਜ ਤੱਕ ਨਹੀਂ ਜ਼ਿੰਦਗੀ 'ਚ ਹੋਇਆ ਕਿ ਜਿਹੜੇ ਬਿੱਲ ਹੈ ਨਾ ਅਸੀਂ ਆਪਣੀ ਜੇਬਾਂ 'ਚੋਂ ਭਰਦੇ ਹਾਂ। ਤੇ ਤੁਹਾਡੇ ਵਾਂਗੂ ਤੁਹਾਡੇ ਇੰਨੇ ਜ਼ਿਆਦਾ ਘਰਾਂ ਦੇ ਏਸੀ ਚੱਲਦੇ ਆ ਨਾ, ਤਾਂ ਸਰਕਾਰਾਂ ਤੋਂ ਨਹੀਂ ਲੈਂਦੇ। ਜੇ ਬਿਮਾਰ ਹੋਏ ਨਾ ਤਾਂ ਆਪਣਾ ਇਲਾਜ ਵੀ ਆਪਣੇ ਪੈਸਿਆਂ ਤੋਂ ਕਰਾਇਆ। ਜੇ ਸੈਰ ਸਪਾਟੇ ਤੇ ਗਏ ਤਾਂ ਐਲਟੀਸੀ ਵੀ ਨਹੀਂ ਲਿੱਤੀ, ਆਪਣੇ ਪੈਸਿਆਂ ਤੋਂ ਗਏ। ਸਰਕਾਰੀ ਕੰਮ ਕਰਨ ਵੀ ਜੇ ਹਵਾਈ ਜਹਾਜ਼ਾਂ ਤੇ ਗਏ ਨਾ ਤੇ ਆਪਣੇ ਪੈਸੇ ਲਾ ਕੇ ਕੀਤੇ। ਤੇ ਬਿਜਲੀ ਦਾ ਜਿਹੜਾ ਬਿੱਲ ਹੈ ਨਾ, ਇਹ ਨਹੀਂ ਹੈ ਵੀ ਬਿੱਲ ਨਹੀਂ ਦਿੱਤਾ ਸੀਗਾ, ਇਹ ਗੱਲ ਸੀਗੀ ਵੀ ਸਰਦੀਆਂ ਤੇ ਗਰਮੀਆਂ ਦੇ ਵਿੱਚ ਬਰਾਬਰ ਬਿੱਲ ਕਿਉਂ ਆਵੇ, ਜਦੋਂ ਅਸੀਂ ਨਹੀਂ ਚੱਲਦੇ ਉਦੋਂ ਵੀ। ਤੇ ਇੱਕ ਅਪੀਲ ਪਾਈ ਸੀਗੀ ਕਿ ਇੰਨਾ ਜ਼ਿਆਦਾ ਬਿੱਲ ਤੁਸੀਂ ਘਰ ਦਾ ਕਿਵੇਂ ਕਰ ਦਿੰਦੇ ਹੋ, 1 ਲੱਖ ਰੁਪਈਆ 2 ਜਾਣੇ ਅਸੀਂ ਘਰ 'ਚ ਰਹਿੰਦੇ ਹਾਂ, ਵੀ ਇੰਨਾ ਵੱਡਾ ਬਿੱਲ ਕਿਵੇਂ ਆ ਜਾਂਦਾ ਹੈ। ਵੀ ਇਹ ਚੈੱਕ ਕੀਤਾ ਜਾਵੇ ਵੀ ਸਰਦੀਆਂ ਗਰਮੀਆਂ 'ਚ ਬਰਾਬਰ ਬਿੱਲ ਕਿਵੇਂ ਆਉਂਦਾ। ਤੇ ਸਾਰੀ ਉਮਰ ਜ਼ਿੰਦਗੀ 'ਚ ਆਪਣੇ ਬਿੱਲ ਹੀ ਭਰਦੇ ਆਏ ਆ। ਤੇ ਉਹ ਬੰਦੇ ਨੂੰ ਕੁਐਸਚਨ ਕਰ ਰਹੇ ਆ ਜਿਹਨੇ ਆਪਣੀ ਜੇਬਾਂ 'ਚੋਂ ਲੱਖਾਂ ਰੁਪਇਆ ਕਰੋੜਾਂ ਰੁਪਇਆ ਲੋਕਾਂ ਨੂੰ ਦੇਤਾ ਲੋਕਾਂ ਦੇ ਬਿੱਲ ਭਰਨ ਲਈ, ਜਿਹੜੇ ਬੰਦੇ ਨੂੰ ਜ਼ਰੂਰਤ ਹੋਈ ਜਦੋਂ ਉਸ ਬੰਦੇ ਕੋਲ ਪੈਸਾ ਸੀ। ਅੱਜ ਉਹ ਪੰਜਾਬ ਕਰਕੇ ਆਪਣਾ ਸਾਰਾ ਕਾਰੋਬਾਰ ਬੰਦ ਕਰਕੇ ਬੈਠਾ ਹੈ। ਤੇ ਜਦੋਂ ਉਹਦੇ ਕੋਲ ਪੈਸਾ ਹੁੰਦਾ ਸੀਗਾ ਤੇ ਜਿੱਥੇ ਜਿੱਥੇ ਜਿਹਨੂੰ ਲੋੜ ਪਈ ਉਹਨੇ ਆਪਣੇ ਇਮਾਨਦਾਰੀ ਦੀ ਕਮਾਈ ਤੋਂ ਚੈੱਕ ਕੱਟ ਕੇ ਦਿੱਤੇ। ਤੂੰ ਦੱਸ, ਤੂੰ ਜੇ ਦਵਾਨੀ ਵੀ ਆਪਣੀ ਜੇਬ 'ਚੋਂ ਕਦੇ ਕਿਸੇ ਨੂੰ ਦਿੱਤੀ ਹੋਵੇ ਤੇ ਤੂੰ ਸਰਕਾਰੀ ਕਿਹੜੇ ਫਾਇਦੇ ਨਹੀਂ ਉਠਾਏ। ਤੁਹਾਡੇ ਘਰਦਿਆਂ ਦੇ ਜਦੋਂ ਇਲਾਜ ਹੋਏ ਨਾ, ਤੁਸੀਂ ਆਪਣੇ ਕਰੋੜਾਂ ਰੁਪਇਆਂ ਦੇ ਬਿੱਲ ਕੱਢ ਲਓ ਜਿਹੜੇ ਤੁਸੀਂ ਸਰਕਾਰ ਦੇ ਖਾਤੇ ਤੋਂ ਖਾਦੇ ਹੈ। ਤੁਸੀਂ ਤਾਂ ਪ੍ਰੋਗਰਾਮ ਕਰਦੇ ਹੋ ਤਾਂ ਵੀ ਸਰਕਾਰੀ ਖਾਤੇ 'ਚੋਂ ਕਰਦੇ ਹੋ, ਤੇ ਅਸੀਂ ਤਾਂ ਕਦੇ ਸਰਕਾਰੀ ਪੈਸਾ ਨਹੀਂ ਮੰਗਿਆ। ਤੇ ਇਹ ਜਿਹੜੀ ਅਪੀਲ ਪਾਈ ਸੀ ਨਾ, ਆਲਰੇਡੀ ਕਲੀਅਰ ਹੋ ਗਈ ਹੈ, ਇਹਨੂੰ ਮੰਨ ਵੀ ਗਏ ਹੈ।
ਉਧਰ ਪੰਜਾਬ ਦੇ ਵਿੱਚ ਬਿਜਲੀ ਦੀ ਕਿੱਲਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੇ ਦਰਮਿਆਨ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਰਕੁਨ ਸਿਸਮਾ ਫਾਰਮ ਹਾਊਸ ਦੇ ਵੱਲ ਰਵਾਨਾ ਹੋਈ ਸੀ, ਜਿਨ੍ਹਾਂ ਦੀ ਪੁਲਿਸ ਦੇ ਨਾਲ ਝੜਪ ਵੀ ਹੋਈ। ਇਸ ਦਰਮਿਆਨ ਪੁਲਿਸ ਦੇ ਵੱਲੋਂ ਕਈ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂ, ਜਿਨ੍ਹਾਂ ਦੇ ਵਿੱਚ ਭਗਵੰਤ ਮਾਨ, ਮੀਤ ਸਮੇਤ ਕਈ ਵੱਡੇ ਆਗੂਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ। ਇਸੇ ਦਰਮਿਆਨ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਦਰਸ਼ਨ ਕਰਦਿਆਂ ਗੱਲ ਆਖੀ ਗਈ ਹੈ ਕਿ ਜਦੋਂ ਸਾਡੀ ਸਰਕਾਰ ਆਏਗੀ ਇਹਨਾਂ ਬਿਜਲੀ ਸਮਝੌਤਿਆਂ ਦਾ ਪਹਿਲੀ ਕੈਬਨਿਟ ਬੈਠਕ ਦੇ ਵਿੱਚ ਹੀ ਹੱਲ ਕਰ ਦਿੱਤਾ ਜਾਏਗਾ। पर कोई नहीं, ਅਸੀਂ ਕੋਸ਼ਿਸ਼ ਕਰਾਂਗੇ ਜਿੱਥੇ ਤੱਕ ਅਸੀਂ ਜਾਵਾਂਗੇ ਆਰਾਮ ਨਾਲ ਹੈ। ਕਾਨੂੰਨ ਕਿਸੇ ਨੇ ਹੱਥ 'ਚ ਨਹੀਂ ਲੈਣਾ। ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾਉਣੇ ਨੇ ਇਨਕਲਾਬ ਦੇ। ਇਹ ਪਰਿਵਾਰ ਜਿਹੜਾ ਨਾ ਇਹ ਇਨਕਲਾਬ ਜਿੰਦਾਬਾਦ ਦੇ ਖਿਲਾਫ ਰਿਹਾ। ਜਿਸ ਵੇਲੇ ਭਗਤ ਸਿੰਘ ਹੋਰੀ ਇਨਕਲਾਬ ਜਿੰਦਾਬਾਦ ਦੇ ਨਾਰੇ ਲਾ ਰਹੇ ਸੀ ਤਾਂ ਇਹ ਟੱਬਰ ਅੰਗਰੇਜ਼ਾਂ ਨੂੰ ਇਹ ਕਹਿ ਰਿਹਾ ਸੀ ਇਹ ਤਾਂ ਕੁਝ ਨੌਜਵਾਨ ਭੜਕੇ ਹੋਏ ਨੇ, ਇਨਕਲਾਬ ਨਹੀਂ ਚਾਹੀਦਾ ਹੋਣਾ। ਇਹ ਗੱਲ ਕਹੀ ਇਹਨਾਂ ਨੇ ਇਸ ਪਰਿਵਾਰ ਨੇ। ਹੁਣ ਆਪਾਂ ਇਨਕਲਾਬ ਦਾ ਨਾਰਾ ਲਾ ਕੇ ਇਹਨਾਂ ਦੇ ਘਰ ਵੱਲ ਨੂੰ ਚੱਲਾਂਗੇ। ਇਹਨਾਂ ਦੀਆਂ ਕੰਧਾਂ ਦੀਆਂ, ਇਹਨਾਂ ਦੀਆਂ ਬਾਰੀਆਂ ਦੇ ਸ਼ੀਸ਼ੇ ਹਿਲਾ ਦਿਓ। ਦੋ ਨਾਰੇ ਲਾ ਕੇ ਦੋਨੇ ਹੱਥ ਉੱਪਰ ਚੱਕ ਕੇ। ਅੱਜ ਆਮ ਆਦਮੀ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਕੈਪਟਨ ਸਾਹਿਬ ਦਾ ਪ੍ਰਾਈਵੇਟ ਸਿਸਮਾ ਫਾਰਮ ਹਾਊਸ, ਜਿੱਥੋਂ ਬੈਠ ਕੇ ਕੈਪਟਨ ਸਾਹਿਬ ਸਰਕਾਰ ਚਲਾ ਰਹੇ ਨੇ, ਉਹਨੂੰ ਅੱਜ ਘੇਰਿਆ। ਅੱਜ ਸਾਡਾ ਜਿਹੜਾ ਪ੍ਰੋਟੈਸਟ ਸੀਗਾ ਬਿਲਕੁਲ ਸਫਲ ਹੋਇਆ। ਅੱਜ ਆਮ ਆਦਮੀ ਪਾਰਟੀ ਦੇ ਹਜ਼ਾਰਾਂ ਹੀ ਲੱਖਾਂ ਹੀ ਜਿਹੜੇ ਵਰਕਰ ਨੇ ਉਹ ਪਹੁੰਚੇ। ਸਭ ਤੋਂ ਪਹਿਲਾਂ ਮੈਂ ਸਾਡੇ ਵਰਕਰ ਸਾਹਿਬਾਨ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾਗਾ। ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਨਾ ਚਾਹੁੰਦਾਗਾ, ਜਿਨ੍ਹਾਂ ਨੇ ਇਸ ਇੰਨੀ ਮਤਲਬ ਭਿਆਨਕ ਗਰਮੀ ਦੇ ਵਿੱਚ ਵੀ ਆ ਕੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਜਿਹੜੀ ਆਵਾਜ਼ ਬੁਲੰਦ ਕੀਤੀ, ਪੰਜਾਬ ਦੇ ਕਿਸਾਨ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ, ਪੰਜਾਬ ਦੇ ਖੇਤ ਮਜ਼ਦੂਰਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ। ਕਿਉਂਕਿ ਅੱਜ ਪੰਜਾਬ ਦੇ ਵਿੱਚ ਨਾ 8 ਘੰਟੇ ਸਪਲਾਈ ਕਿਸਾਨ ਨੂੰ ਮਿਲ ਰਹੀ ਆ, ਨਾ 24 ਘੰਟੇ ਘਰਾਂ ਨੂੰ ਸਪਲਾਈ ਮਿਲ ਰਹੀ ਆ, ਬਲਕਿ ਪੰਜਾਬ ਵਿੱਚ ਸਭ ਤੋਂ ਮਹਿੰਗੀ ਬਿਜਲੀ ਖਰੀਦਣ ਦੇ ਲਈ ਪੰਜਾਬ ਦੇ ਲੋਕ ਮਜਬੂਰ ਹੋ ਰਹੇ ਨੇਗੇ। 3 ਪ੍ਰਾਈਵੇਟ ਕੰਪਨੀਆਂ ਦੇ ਨਾਲ ਪੁਰਾਣੀ ਅਕਾਲੀ ਦਲ ਬੀਜੇਪੀ ਸਰਕਾਰ ਨੇ ਸਮਝੌਤੇ ਕੀਤੇ ਸੀਗੇ ਔਰ 2017 ਦੇ ਵਿੱਚ ਜਦੋਂ ਇਲੈਕਸ਼ਨ ਹੋ ਰਹੀ ਸੀ, ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀਗਾ ਕਿ ਮੈਂ ਜਦੋਂ ਸੱਤਾ 'ਚ ਜੇਕਰ ਆਊਂਗਾ ਤਾਂ ਆ ਕੇ 3 ਐਗਰੀਮੈਂਟ ਰੱਦ ਕਰੂੰਗਾ ਔਰ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਦੇਵਾਂਗਾ। ਪਰ ਲੇਕਿਨ ਅਫਸੋਸ, ਉਹ ਤਾਂ ਰੱਦ ਕੀ ਕਰਨੇ ਸੀ, ਬਿਜਲੀ ਮਾਫੀ ਨੂੰ ਤਾਂ ਨੱਥ ਕੀ ਪਾਉਣੀ ਸੀ, ਬਲਕਿ 14 ਵਾਰ ਰੇਟ ਹੋਰ ਵਧਾਤੇ। ਸੋ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਡਟ ਕੇ ਖੜੀ ਆ। ਪੰਜਾਬ ਦੇ ਲੋਕਾਂ ਦੇ ਹਰੇਕ ਜਾਇਜ਼ ਮੰਗਾਂ ਦੇ ਲਈ ਸੰਘਰਸ਼ ਕਰਦੀ ਰਹੂਗੀ। ਕਿ ਜਿਹੜਾ ਬਿਜਲੀ ਨੂੰ ਲੈ ਕੇ ਜਿਹੜਾ ਪ੍ਰੋਟੈਸਟ ਕੀਤਾ ਗਿਆ ਬਿਲਕੁਲ ਸਫਲ ਰਿਹਾਗਾ। ਸੋ ਅਸੀਂ ਕੈਪਟਨ ਸਾਹਿਬ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਗੂੜੀ ਨੀਂਦ 'ਚੋਂ ਜਾਗੋ। ਜੇਕਰ ਤੁਸੀਂ ਗੂੜੀ ਨੀਂਦ ਨਾ ਤਿਆਗੀ, ਜੇਕਰ ਤੁਸੀਂ ਕੁੰਭਕਰਨੀ ਨੀਂਦ ਨਾ ਤਿਆਗੀ ਤਾਂ ਆਮ ਆਦਮੀ ਪਾਰਟੀ ਇਸ ਤੋਂ ਵੀ ਵੱਡਾ ਪ੍ਰੋਟੈਸਟ, ਇਸ ਤੋਂ ਵੀ ਵੱਡਾ ਅੰਦੋਲਨ ਜਿਹੜਾ ਹੈਗਾ ਪੂਰੇ ਪੰਜਾਬ 'ਚ ਖੜਾ ਕਰੂਗੀ। ਤੇ ਰੁਕ ਕਰਦੇ ਹਾਂ ਸੁਖਵੀਰ ਸਿੰਘ ਬਾਦਲ ਦੇ ਵੱਲ। ਸੁਖਵੀਰ ਸਿੰਘ ਬਾਦਲ ਦੇ ਵੱਲੋਂ ਇਸ ਚੋਣ ਵਰੇ ਦੇ ਵਿੱਚ ਆਪਣੀ ਸਰਗਰਮੀ ਸ਼ੁਰੂ ਕਰ ਦਿੱਤੀ ਗਈ ਹੈ। ਸੁਖਵੀਰ ਬਾਦਲ ਬੀਤੇ ਕਈ ਦਿਨਾਂ ਤੋਂ ਲਗਾਤਾਰ ਰੇਤ ਦੀਆਂ ਖੱਡਾਂ ਦੇ ਉੱਤੇ ਰੇਡ ਮਾਰ ਰਹੇ ਨੇ ਤੇ ਇਸ ਰੇਡ ਤੋਂ ਬਾਅਦ ਹੋਈ ਇੱਕ ਵੀਡੀਓ ਵੀ ਰੇਤ ਦੀ ਖੱਡ ਦੇ ਉੱਤੇ ਖੜ ਕੇ ਬਣਾਉਂਦੇ ਨੇ। ਇਸ ਵੱਖੋ ਵੱਖਰੀ ਸਿਆਸੀ ਸਟਿੰਗ ਆਪਰੇਸ਼ਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਘੇਰਿਆ ਜਾ ਰਿਹਾ ਕਿ ਕੁਝ ਇੱਕ ਹੋਰ ਰੇਡ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਕਿਹਾ, ਉਹ ਵੀ ਸੁਣਦੇ ਹਾਂ। ਤੇ ਸੁਖਵੀਰ ਸਿੰਘ ਬਾਦਲ ਨੂੰ ਵਿਅੰਗਮਈ ਤਰੀਕੇ ਦੇ ਨਾਲ ਜਵਾਬ ਦਿੱਤਾ ਇਹ ਰਾਜਾ ਵੜਿੰਗ ਨੇ। ਰਾਜਾ ਵੜਿੰਗ ਦੀ ਵੀ ਗੱਲ ਸੁਣਾਵਾਂਗੇ। ਆ ਜਿਹੜਾ ਇਲਾਕਾ ਹੈ ਪੀਐਲਪੀਏ ਦਾ ਇਲਾਕਾ ਹੈ, ਜੰਗਲ ਦਾ ਇਲਾਕਾ ਹੈ। ਆ ਸਾਰਾ ਪਹਾੜੀ ਇਲਾਕਾ ਹੈ, ਜੰਗਲ ਏਰੀਆ। ਇੱਥੇ ਲੀਗਲੀ ਮਾਈਨ ਵੀ ਨਹੀਂ ਹੋ ਸਕਦੀ, ਲੀਗਲੀ ਵੀ ਨਹੀਂ ਕਰ ਸਕਦੇ ਤੁਸੀਂ ਮਾਈਨਿੰਗ। ਤੇ ਇਲੀਗਲ ਦੀ ਤਾਂ ਛੱਡੋ, ਪਰ ਖੁੱਲੀ ਛੁੱਟੀ ਹੈ ਕਿਉਂਕਿ ਆ ਕਾਂਗਰਸ ਦਾ ਰਾਜ ਹੈ, ਮੁੱਖ ਮੰਤਰੀ ਦਾ ਰਾਜ, ਕੈਪਟਨ ਦਾ ਰਾਜ ਹੈ। ਕਰੋੜਾਂ ਰੁਪਏ ਪੰਜਾਬ ਦੀ ਜ਼ਮੀਨ ਪੁੱਟ ਕੇ, ਨਦੀਆਂ ਪੁੱਟ ਕੇ ਉਹਨੇ ਆ ਦੇਖੋ ਢੇਰ ਲਾਏ ਪਏ। ਜਿਹੜੀ ਨਦੀ ਤੋਂ ਪਾਏ ਆ ਨਾਲ ਹੀ ਉਹ ਨਦੀ ਤੋਂ ਸਾਰਾ ਉੱਥੇ ਨਦੀ ਪੱਟਦੀ, ਇੱਥੇ ਆ ਸਾਰਾ ਕ੍ਰੈਸ਼ਰ ਉੱਥੋਂ ਦਾ ਮਾਲ ਆਇਆ। ਤੇ ਅੱਜ ਹਰ ਰੋਜ਼ ਇੱਥੇ ਚਹਿਲ ਪਹਿਲ ਹੁੰਦੀ ਹੈ। ਤੁਸੀਂ ਦੇਖਿਆ ਕਿ ਉਹਨਾਂ ਨੇ ਸੋਚਿਆ ਕਿ ਅਸੀਂ ਇੱਥੇ ਤੁਰ ਕੇ ਨਹੀਂ ਆਵਾਂਗੇ, ਰਾਹ ਸਰਕਾਰੀ ਰਸਤੇ ਤੇ ਪੁੱਟ ਕੇ ਮਿੱਟੀ ਪਾ ਦਿੱਤੀ। ਤੁਹਾਨੂੰ ਹੁਣੇ ਦਿਖਾਇਆ, ਦੇਖੋ ਸਾਰੀਆਂ ਮਸ਼ੀਨਾਂ ਛੱਡ ਕੇ ਆਪਣੇ ਦਫ਼ਤਰ ਖਾਲੀ ਕਰਕੇ ਨੌਕਰ ਭੱਜ ਗਏ, ਸਾਰੇ ਭੱਜ ਗਏ ਇਹਨਾਂ ਦੇ। ਲੇਕਿਨ ਸੁਖਬੀਰ ਬਾਦਲ ਜੀ ਨੇ ਜਦੋਂ ਜਾ ਕੇ ਉੱਥੇ ਖੱਡ ਤੇ ਗੇੜਾ ਮਾਰਿਆ ਤੇ ਖੜ ਕੇ ਲਾਈਵ ਕੀਤਾ, ਮੈਨੂੰ ਬੜਾ ਹਾਸਾ ਆਇਆ ਯਾਰ, ਬੜਾ ਹਾਸਾ ਆਇਆ। ਕਿਉਂਕਿ ਰੇਤ ਦਾ ਜੇ ਮੁਕੰਮਲ ਕੋਈ ਸਰਗਣਾ ਹੈ, ਸਰਗਣਾ ਜਿਹਨੂੰ ਕਹੀਏ ਕਿ ਜਿਹਨੇ ਹੋਂਦ ਚ ਲਿਆਂਦਾ ਰੇਤ ਬਾਰੇ ਕੋਈ ਜਾਣੂ ਨਹੀਂ ਹੁੰਦਾ ਸੀ। ਜਦੋਂ ਪਹਿਲੀਆਂ ਸਰਕਾਰਾਂ ਬਣੀਆਂ, ਐਵੇਂ ਮੈਂ ਕਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਵੀ ਮੁੱਖ ਮੰਤਰੀ ਬਣਦੇ ਰਹੇ, ਪਰ ਉਹਨਾਂ ਨੂੰ ਇੰਨੀ ਜਾਣਕਾਰੀ ਨਹੀਂ ਸੀ
ਇਹ ਰੇਤ ਦੀ ਖੋਜ ਸੁਖਬੀਰ ਸਿੰਘ ਬਾਦਲ ਨੇ ਕੀਤੀ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਤੁਹਾਨੂੰ ਇਹ ਪੁੱਛਣਾ ਚਾਹੁੰਦਾ ਬਾਈ ਜੀ ਕਿ ਯਾਰ 40 ਕਿਲੋਮੀਟਰ ਤੇ ਮਾਈਨਿੰਗ ਹੋਈ ਜਾਂਦੀ ਹੈ, ਉੱਥੇ ਤਾਂ ਬਾਈ ਤੁਹਾਨੂੰ ਟਾਈਮ ਨਹੀਂ ਮਿਲਿਆ ਜਾਣ ਦਾ, ਨਾ ਲਾਈਵ ਹੋਣ ਦਾ, ਨਾ ਟਾਈਮ ਮਿਲਿਆ, ਨਾ ਜਾਣ ਦਾ ਟਾਈਮ ਮਿਲਿਆ। ਤੇ ਲੇਕਿਨ ਬਿਆਸ ਜਾ ਕੇ ਲਾਈਵ ਹੋਏ, ਉਹ ਤਾਂ ਵਿਚਾਰਾ ਕੋਈ ਬੰਦਾ ਪਿੱਟ ਕੇ ਮਰ ਗਿਆ ਵੀ ਭਾਈ ਇੱਥੇ ਮਾਈਨਿੰਗ ਹੋਈ ਜਾਂਦੀ ਹੈ, ਇੱਥੇ ਵੀ ਆ, ਨਹੀਂ ਆਇਆ। ਕਿਉਂ? ਰਿਸ਼ਤਾ ਦੀਆਂ ਡੋਰੀਆਂ 'ਚ ਬੰਨਿਆ ਗਿਆ ਮੇਰਾ ਭਰਾਵਾ, ਇਹ ਪਤਾ ਹੈ ਲੋਕਾਂ ਨੂੰ, ਪਤਾ ਹੈ। ਸੋ ਹਰਸਿਮਰਤ ਕੌਰ ਬਾਦਲ ਜੀ ਅੱਜ ਲਾਈਵ ਹੋਏ। ਸੋ ਮੈਂ ਤਾਂ ਆਖਿਆ ਕਿ ਇਹਨਾਂ ਨੇ ਲਾਈਵ ਹੋਣਾ ਹੀ ਛੱਡਤਾ ਜਾਂ ਲੋਕਾਂ 'ਚ ਆਉਣਾ ਹੀ ਛੱਡਤਾ। ਉਹਨਾਂ ਨੇ ਅੱਜ ਇੱਕ ਖੇਤ 'ਚ ਖੜੇ ਹੋ ਕੇ ਝੋਨੇ ਦਾ ਖੇਤ ਵਿਖਾ ਰਹੇ ਸੀ ਜਿਹਦੇ 'ਚ ਪਾਣੀ ਨਹੀਂ ਲੱਗਿਆ ਸੀ। ਪਾਣੀ ਬੀਬਾ ਜੀ ਨੂੰ ਮੈਂ ਦੱਸ ਦੇਣਾ ਚਾਹੁੰਦਾ, ਬੀਬਾ ਜੀ ਉਹ ਅੱਜ ਕੱਲ ਜਿਹੜੀ ਬਜਾਈ ਹੈ, ਕਿਉਂਕਿ ਤੁਸੀਂ ਤਾਂ ਦੇਖੀ ਨਹੀਂ, ਤੁਹਾਨੂੰ ਤਾਂ ਲੈ ਜਾਂਦੇ ਲੋਕ ਵੀ ਖੇਤ 'ਚ ਖੜ੍ਹ ਜਾਓ, ਅੱਜ ਕੱਲ ਮਸ਼ੀਨੀ ਬਜਾਈ ਹੁੰਦੀ ਹੈ, ਮਸ਼ੀਨ ਦੇ ਨਾਲ। ਸੋ ਜਿਹੜੀ ਮਸ਼ੀਨ ਨਾਲ ਬਜਾਈ ਹੁੰਦੀ ਹੈ, ਉਸ ਖੇਤ ਦੇ ਵਿੱਚ ਪਾਣੀ ਦੀ ਇੰਨੀ ਲੋੜ ਵੀ ਨਹੀਂ ਹੁੰਦੀ ਤੇ ਉਹਨੂੰ ਸੁਕਾਉਣਾ ਪੈਂਦਾ, ਪਾਣੀ ਉਵੇਂ ਨਹੀਂ ਭਰਨਾ ਪੈਂਦਾ ਜਿਵੇਂ ਆਮ ਝੋਨਾ ਲਾਏ ਨੂੰ ਭਰਨਾ ਪੈਂਦਾ। ਸੋ ਗਰੀਬ ਦਾ, ਕਿਸਾਨ ਦਾ ਖੇਤ ਤਾਂ ਤੁਸੀਂ ਦਿਖਾਤਾ, ਔਰ ਮੈਂ ਤੁਹਾਡੇ ਨਾਲ ਵੀ ਸਹਿਮਤ ਹਾਂ, ਹੋ ਸਕਦਾ ਉਹਦਾ ਖਾਲੀ ਹੋਵੇ ਵਿਚਾਰੇ ਦਾ ਖੇਤ, ਲੇਕਿਨ ਤੁਸੀਂ ਆਪਦੇ ਹਜ਼ਾਰਾਂ ਏਕੜ ਜਰਾ ਦਿਖਾ ਦਿੰਦੇ ਜਿੱਥੇ ਸਪੈਸ਼ਲ ਮੋਗੇ ਲੱਗੇ, ਜਿੱਥੇ ਸਪੈਸ਼ਲ ਪਾਣੀ ਆਉਂਦਾ, ਜਿੱਥੇ ਬਾਗਾਂ ਦੀ ਵਾਰੀ ਵੀ ਵੱਖਰੀ ਹੈ ਤੇ ਖੇਤਾਂ ਦੀ ਵਾਰੀ ਵੀ ਵੱਖਰੀ ਹੈ, ਜਿੱਥੇ ਪਾਈਪਲਾਈਨ ਦਾ ਪਾਣੀ ਵੀ ਆਉਂਦਾ ਤੇ ਮੋਗਿਆਂ ਦਾ ਪਾਣੀ ਵੀ ਆਉਂਦਾ। ਉਹ ਜਿਹੜੇ ਤੁਹਾਡੇ ਹਰਿਆਵਲ ਖੇਤ, ਤੁਸੀਂ ਆਪ ਦਾ ਖੇਤ ਵਿਖਾਉਂਦੇ ਕਿ ਮੇਰਾ ਖੇਤ ਸੁੱਕਿਆ ਪਿਆ, ਗਰੀਬ ਦਾ ਤਾਂ ਪਹਿਲਾਂ ਵੀ ਸੁੱਕਿਆ ਸੀ, ਅੱਜ ਵੀ ਸੁੱਕਿਆ, ਉਹਦੇ 'ਚ ਤਾਂ ਦਿੱਕਤ ਹੋਣੀ ਹੈ। ਉਧਰ ਲਗਾਤਾਰ ਪੰਜਾਬ ਦੇ ਵਿੱਚ ਸਿਆਸੀ ਆਗੂਆਂ ਨੂੰ ਹੁਣ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਉਹ ਚਾਹੇ ਭਾਜਪਾ ਦੇ ਹੋਣ, ਅਕਾਲੀ ਦਲ ਦੇ ਹੋਣ ਜਾਂ ਫਿਰ ਕਾਂਗਰਸ ਦੇ। ਹਰ ਇੱਕ ਦਾ ਪਿੰਡ ਦੇ ਵਿੱਚ ਵੜਨ ਦੇ ਉੱਤੇ ਵਿਰੋਧ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਕਿਸਾਨਾਂ ਦੇ ਮਸਲੇ ਹੱਲ ਹੋਣ ਤੱਕ ਪਿੰਡਾਂ 'ਚ ਨਾ ਆਉਣ ਦੀ ਗੱਲ ਆਖੀ ਜਾਂਦੀ ਹੈ। ਲਗਾਤਾਰ ਵਿਰੋਧ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਅਜਿਹੇ ਵਿਰੋਧਾਂ ਦਾ ਸਾਹਮਣਾ ਕਾਂਗਰਸ ਦੇ ਐਮਐਲਏ ਸ਼ੇਰ ਸਿੰਘ ਘੁਪਾਇਆ ਤੇ ਉਹਨਾਂ ਦੇ ਸਬੂਤਰ ਵੀ ਕਰ ਚੁੱਕੇ ਨੇ। ਰਾਜਾ ਵੜਿੰਗ ਦਾ ਵੀ ਇਸੇ ਤਰ੍ਹਾਂ ਵਿਰੋਧ ਹੋਇਆ ਸੀ ਬੀਤੇ ਦਿਨੀ ਤੇ ਹੁਣ ਇੱਕ ਵਾਰ ਫਿਰ ਤੋਂ ਦਲਜੀਤ ਸਿੰਘ ਚੀਮਾ, ਜੋ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਨੇ, ਜਦੋਂ ਰੂਪਨਗਰ ਦੇ ਵਿੱਚ ਅਕਾਲੀ ਬਸਪਾ ਦੇ ਵੱਲੋਂ ਮਿਲ ਕੇ ਕੀਤੇ ਜਾ ਰਹੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਤਾਂ ਉਸ ਵਕਤ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ, ਕਾਲੀਆਂ ਝੰਡੀਆਂ ਵਿਖਾਈਆਂ ਗਈਆਂ ਦਲਜੀਤ ਸਿੰਘ ਚੀਮਾ ਨੂੰ। ਉਧਰ ਇਸ ਸਾਰੀ ਘਟਨਾਕ੍ਰਮ ਤੋਂ ਬਾਅਦ ਦਲਜੀਤ ਸਿੰਘ ਚੀਮਾ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਕੱਲ ਸਾਨੂੰ ਖਬਰਾਂ ਮਿਲੀਆਂ ਸੀ ਕਿ ਕੁਝ ਲੋਕੀ ਸ਼ਰਾਰਤਾਂ ਕਰ ਰਹੇ ਆ ਕਿ ਕਿਸਾਨ ਜਥੇਬੰਦੀਆਂ ਦੇ ਨਾਂ ਦੇ ਉੱਤੇ ਉਹ ਉੱਥੇ ਡਿਸਟਰਬੈਂਸ ਪੈਦਾ ਕਰ ਰਹੇ ਆ। ਅਸੀਂ ਪਹਿਲਾਂ ਵੀ ਉਹਨਾਂ ਨੂੰ ਬੇਨਤੀ ਕੀਤੀ, ਕਾਫੀ ਸਿੱਧੀ ਗੱਲ ਕਰਕੇ, ਕਿ ਦੇਖੋ ਦਲਿਤ ਸਮਾਜ ਦਾ ਇਹ ਆਪਣਾ ਇੱਕ ਆਪਣੇ ਘਰਾਂ ਦੇ ਵਿੱਚ ਇਕੱਠ ਹੈ ਤੇ ਤੁਸੀਂ ਜਿਹੜੀ ਹੈ ਕਿਸੇ ਪੋਲੀਟੀਕਲ ਪਾਰਟੀ ਨੂੰ ਇਸ ਤਰ੍ਹਾਂ ਕਰਨ ਤੋਂ ਰੋਕ ਨਹੀਂ ਸਕਦੇ। ਮੈਂ ਐਸਐਸਪੀ ਸਾਹਿਬ ਨੂੰ ਜ਼ਿੰਮੇਵਾਰੀ ਸਮਝਦੇ ਹੋਏ ਇਨਫਾਰਮ ਕੀਤਾ ਕਿ ਇਹ ਇਸ ਤਰ੍ਹਾਂ ਦੇ ਮੈਸੇਜ ਪੈ ਰਹੇ ਆ। ਸਾਨੂੰ ਕਾਫੀ ਲੋਕਾਂ ਨੇ ਦੱਸਿਆ, ਖਾਸ ਤੌਰ ਤੇ ਚਮਕੌਰ ਸਾਹਿਬ ਵਾਲੇ ਪਾਸੇ ਤੋਂ ਜਿਹੜੀ ਹੈ ਕੁਝ ਵਰਕਰ ਇਕੱਠੇ ਕੀਤੇ ਜਾ ਰਹੇ ਆ। ਸਾਡੇ ਹਲਕੇ ਦੀ ਆਜ਼ਾਦੀ ਮੂਵਮੈਂਟ ਨਹੀਂ ਹੈ ਤੇ ਤੁਸੀਂ ਇਹ ਇਨਸ਼ੋਰ ਕਰੋ ਕਿ ਇਹ ਇਸ ਤਰ੍ਹਾਂ ਜਿਹੜੀ ਭਰਾ ਮਾਰੂ ਜੰਗ ਹੈ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਜੇ ਹੋਏਗੀ ਤਾਂ ਇਹ ਗਲਤ ਕੰਮ ਹੋਏਗਾ। ਅੱਜ ਸਾਡਾ ਪ੍ਰੋਗਰਾਮ ਸੀ, ਫਿਰ ਵੀ ਮੈਂ ਆਪਣੀ ਜ਼ਿੰਮੇਵਾਰੀ ਸਮਝੀ। ਮੈਂ ਸਰਦਾਰ ਹਰਦੇਵ ਸਿੰਘ ਲੱਖੋਵਾਲ ਸਾਹਿਬ ਨੂੰ ਫੋਨ ਕੀਤਾ ਕੱਲ ਆਪ, ਕਿਉਂਕਿ ਸਾਡੇ ਪੁਰਾਣੇ ਸੰਬੰਧ ਹੈ। ਮੈਂ ਕਿਹਾ ਤੁਹਾਡਾ ਕੋਈ ਕਿਸੇ ਜਥੇਬੰਦੀ ਦਾ ਪ੍ਰੋਗਰਾਮ? ਉਹ ਕਹਿੰਦੇ ਸਾਡਾ ਕੋਈ ਪ੍ਰੋਗਰਾਮ। ਕਹਿੰਦੇ ਅਸੀਂ ਸਾਰੇ 31 ਜਥੇਬੰਦੀਆਂ ਨੇ ਕਹਿ ਦਿੱਤਾ ਕਿ ਇਸ ਤਰ੍ਹਾਂ ਦਾ ਸਵਾਏ ਬੀਜੇਪੀ ਤੋਂ ਇਲਾਵਾ ਕਿਸੇ ਜਥੇਬੰਦੀ ਦਾ ਕੋਈ ਵਿਰੋਧ ਨਹੀਂ ਹੈ। ਮੈਂ ਉਸ ਤੋਂ ਬਾਅਦ ਸਰਦਾਰ ਬਲਬੀਰ ਸਿੰਘ ਰਾਜੇਵਾਲ ਸਾਹਿਬ ਨਾਲ ਫੋਨ ਤੇ ਆਪ ਗੱਲ ਕੀਤੀ। ਉਹਨਾਂ ਨੇ ਵੀ ਮੈਨੂੰ ਕਿਹਾ, ਕਹਿੰਦੇ ਆਪਣੇ ਆਪ ਹੀ ਥੱਲੇ ਥੱਲੇ ਕਈ ਲੋਕੀ ਹੁਣ ਕੈਂਡੀਡੇਟ ਇਲੈਕਸ਼ਨ ਲਾਗੇ ਬਣ ਜਾਂਦੇ ਆ। ਸਾਡਾ ਬਿਲਕੁਲ ਨਹੀਂ, ਕਹਿੰਦੇ ਅਸੀਂ ਤਾਂ ਬੜਾ ਸਪਸ਼ਟ ਕਲੀਅਰ ਕੀਤਾ ਹੋਇਆ। ਮੈਂ ਹੁਣ ਫਿਰ ਕਲੀਅਰ ਕਰਦਾ, ਸਾਡਾ ਕੋਈ ਪ੍ਰੋਗਰਾਮ ਕਿਸੇ ਤਰ੍ਹਾਂ ਦਾ ਨਹੀਂ ਹੈ। ਉਧਰ ਕਲਾਕਾਰਾਂ ਦੇ ਹੱਕ ਦੇ ਵਿੱਚ ਬੋਲੇ ਨੇ ਬਸਪਾ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ। ਜਸਵੀਰ ਸਿੰਘ ਗੜੀ ਦਾ ਕਹਿਣਾ ਹੈ ਕਿ ਇੱਕ ਪਾਸੇ ਜਿੱਥੇ ਸਾਰੇ ਪਾਸੇ ਸਿਨੇਮਾ ਘਰ ਖੁੱਲ ਰਹੇ ਨੇ, ਹੋਰ ਵੀ ਲੋਕਾਂ ਨੂੰ ਛੂਟ ਮਿਲ ਰਹੀ ਹੈ ਤੇ ਹੁਣ ਇਸ ਦਰਮਿਆਨ ਕਲਾਕਾਰਾਂ ਨੂੰ ਵੀ ਛੂਟ ਮਿਲਣੀ ਚਾਹੀਦੀ ਹੈ। ਜੋ ਵਿਆਹਾਂ ਦੇ ਸਮਾਗਮ ਲਾਉਣ ਜਾਂਦੇ ਨੇ, ਉਹਨਾਂ ਸਾਰੇ ਕਲਾਕਾਰਾਂ ਨੂੰ 15 ਸਾਜੀਆਂ ਸਮੇਤ ਪ੍ਰੋਗਰਾਮ ਦੇ ਵਿੱਚ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ, ਕਿਉਂਕਿ ਉਹਨਾਂ ਦੀ ਰੋਜੀ ਰੋਟੀ ਦੇ ਉੱਤੇ ਵੀ ਬਹੁਤ ਲੰਬੇ ਸਮੇਂ ਤੋਂ ਬਰੇਕ ਹੈ। ਆਪਦੀ ਧਰਤੀ ਸ਼ੈਲ ਛਬੀਲੇ, ਗੱਭਰੂ, ਮਟਿਆਰਾਂ, ਗਿੱਧੇ, ਭੰਗੜਿਆਂ ਦੀ ਧਰਤੀ ਆ। ਸੱਭਿਆਚਾਰ ਨੂੰ ਪ੍ਰਫੁੱਲਤ ਕਰਨੇ ਦੀ ਧਰਤੀ ਆ। ਗੁਰਬਾਣੀ ਦੇ ਵਿੱਚ ਵੀ ਸੱਭਿਆਚਾਰ ਦੇ ਉੱਤੇ, ਮਨੁੱਖੀ ਸੁਭਾਅ ਦੇ ਉੱਤੇ ਹੱਸੰਦਿਆਂ ਖਿਲੰਦਿਆਂ
ਪਨੰਦਿਆਂ ਖਵੰਦਿਆਂ ਵਿੱਚ ਹੀ ਹੋਵੇ ਮੁਕਤੀ, ਹੱਸਣ ਖੇਡਣ ਮਨ ਕਾ ਚਾਓ। ਗੁਰਬਾਣੀ ਦੇ ਵਿੱਚ ਵੀ ਇਹ ਜਿਹੜਾ ਮਨੁੱਖੀ ਸੁਭਾਅ ਦੀ ਜਿਹੜੀ ਫਿਤਰਤ ਹੈ ਉਹ ਬੜੇ ਅੱਛੇ ਸ਼ਬਦਾਂ 'ਚ ਦਰਜ ਕੀਤੀ ਗਈ ਹੈ। ਲੇਕਿਨ ਕਰੋਨਾ ਕਾਲ ਦੇ ਵਿੱਚ ਇਹ ਜਿਹੜੀ ਹੱਸਣ ਖੇਡਣ ਦੀ ਜਿਹੜੀ ਪਿਰਤ ਹੈ, ਉਹ ਸੱਭਿਆਚਾਰ ਨੂੰ ਬਚਾਉਣ ਦੀ ਜਿਹੜੇ ਲੋਕ ਨੇ, ਉਹ ਆਰਟਿਸਟ ਹੈ ਪੰਜਾਬ ਦੇ, ਪੰਜਾਬੀ ਕਲਾਕਾਰ ਹੈ, ਪੰਜਾਬੀ ਬੈਂਡ ਬਾਜੇ ਵਾਲੇ, ਸਾਜੀ, ਇਹ ਪੂਰੀ ਇੱਕ ਕਲਾਕਾਰਾਂ ਦੀ ਇੱਕ ਇਹਨਾਂ ਦੀ ਟੀਮ ਹੈ। ਲੇਕਿਨ ਕਰੋਨਾ ਕਾਲ ਦੇ ਵਿੱਚ ਇਹ ਬਹੁਤ ਬਦਹਾਲੀ ਦਾ ਸ਼ਿਕਾਰ ਹੋ ਰਹੇ ਆ। ਔਰ ਪੰਜਾਬ ਸਰਕਾਰ ਪਿਛਲੇ 1.5 ਸਾਲਾਂ ਤੋਂ ਇਸ ਵਰਗ ਦੇ ਵੱਲੋਂ ਅੱਖਾਂ ਮੀਚ ਕੇ ਬੈਠੀ ਆ। ਬਹੁਜਨ ਸਮਾਜ ਪਾਰਟੀ ਇਹ ਮੰਗ ਕਰਦੀ ਆ ਕਿ ਪਹਿਲੀ ਕਿ ਜਿੱਥੇ ਤੁਸੀਂ 50-50 ਦੀ ਸ਼ਮੂਲੀਅਤ ਖੁਸ਼ੀ ਗਮੀ ਦੇ ਮੌਕੇ ਖੋਲ ਦਿੱਤੀ ਆ, ਉੱਥੇ 10 ਤੋਂ 15 ਜਿਹੜੇ ਸਾਜੀ ਆ, ਜਿਹੜੇ ਆਮ ਪਬਲਿਕ ਤੋਂ ਬੜੀ ਦੂਰ ਸਟੇਜ ਤੇ ਉੱਠਦੇ ਬਹਿੰਦੇ ਗਾਉਂਦੇ ਆ, ਵਜਾਉਂਦੇ ਆ, ਗਿੱਧੇ ਭੰਗੜੇ ਪਾਉਂਦੇ ਆ, ਉਹਨਾਂ ਨੂੰ ਵੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਹ ਜਿਹੜਾ ਉਹਨਾਂ ਰੋਜੀ ਰੋਟੀ ਕਿੱਤਾ ਰੁਜ਼ਗਾਰ ਚੱਲ ਸਕੇ। 10 ਤੋਂ 15 ਜਿਹੜੇ ਦੀ ਟੀਮ ਜਿਹੜੀ ਕਿਸੇ ਵੀ ਕਲਾਕਾਰ ਦੀ, ਕਿਸੇ ਵੀ ਸਾਜੀ ਦੀ, ਕਿਸੇ ਵੀ ਆਰਟਿਸਟ ਦੀ ਇਹ ਖੋਲ ਦੇਣੀ ਚਾਹੀਦੀ ਆ। ਦੂਜਾ, ਪਿਛਲੇ 1.5 ਸਾਲ ਤੋਂ ਜਿਹੜਾ ਸਾਡਾ ਇਹ ਕਲਾਕਾਰ ਭਾਈਚਾਰਾ ਆ, ਆਰਟਿਸਟ ਭਾਈਚਾਰਾ ਆ, ਸਾਜੀ ਭਾਈਚਾਰਾ ਆ, ਜਾਂ ਇਸ ਕਿੱਤੇ ਨਾਲ ਜੁੜੇ ਹੋਏ ਹੋਰ ਵੀ ਲੋਕ ਨੇ, ਉਹਨਾਂ ਦੀ ਆਰਥਿਕ ਜਿਹੜੀ ਮੰਦਹਾਲੀ ਔਰ ਬਦਹਾਲੀ ਚੱਲ ਰਹੀ ਆ, ਉਹ ਆਪਣਾ ਜੀਵਨ ਯਾਪਨ ਸਨਮਾਨਜਨਕ ਤਰੀਕੇ ਨਾਲ ਕਰ ਸਕਣ। ਉਹਨਾਂ ਦੀ ਗਿਣਤੀ ਵੀ ਲੱਖਾਂ 'ਚ ਨਹੀਂ ਹੈਗੀ, ਸੈਂਕੜਿਆਂ 'ਚ ਜਾਂ ਵੱਧ ਤੋਂ ਵੱਧ ਹਜ਼ਾਰਾਂ 'ਚ ਹੋਏਗੀ। 1000-1500 ਤੋਂ ਵੱਧ ਬੰਦਾ ਨਹੀਂ ਹੋਏਗਾ, ਮੈਨੂੰ ਇੱਦਾਂ ਲੱਗਦਾ, ਪੂਰੇ ਪੰਜਾਬ ਦੇ ਵਿੱਚ, ਜਿਹੜਾ ਪੰਜਾਬ ਦੇ ਹੱਸਣ ਖੇਡਣ ਦੇ ਸੁਭਾਅ ਨੂੰ ਜਿੰਦਾ ਰੱਖ ਰਿਹਾ ਆ। ਉਹਨਾਂ ਨੂੰ ਵਿਸ਼ੇਸ਼ ਆਰਥਿਕ ਪੈਕੇਜ ਜਿਹੜਾ ਉਹਨਾਂ ਨੂੰ ਦਿੱਤਾ ਜਾਵੇ ਤਾਂ ਜੋ ਆਪਣੇ ਕਿੱਤੇ ਨੂੰ ਮੁੜ ਕੇ ਰਿਵਾਈਵ ਕਰ ਸਕਣ। ਉਧਰ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਆਉਂਦਿਆਂ ਲਗਾਤਾਰ ਬੀਤੇ ਲੰਮੇ ਸਮੇਂ ਤੋਂ ਭਾਜਪਾ ਦੇ ਖਿਲਾਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇੱਕ ਵਾਰ ਫਿਰ ਤੋਂ ਅਨਿਲ ਜੋਸ਼ੀ ਦੇ ਵੱਲੋਂ ਲੁਧਿਆਣਾ ਦੇ ਵਿੱਚ ਆ ਕੇ ਆਪਣੇ ਕੇਡਰ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਭਾਵ ਕਿ ਹੁਣ ਭਾਜਪਾ ਦੇ ਵਿੱਚ ਵੀ ਦੋ ਵੱਖੋ ਵੱਖਰੇ ਅਜਿਹੇ ਗੁੱਟ ਵੇਖਣ ਨੂੰ ਮਿਲਣਗੇ, ਜੋ ਇੱਕ ਗੁੱਟ ਕਿਸਾਨਾਂ ਦੇ ਹੱਕ ਦੇ ਵਿੱਚ ਹੋਏਗਾ ਤੇ ਦੂਜਾ ਗੁੱਟ ਕੇਂਦਰ ਸਰਕਾਰ ਦੇ ਹੱਕ ਦੇ ਵਿੱਚ ਹੋਏਗਾ। ਸੋ ਅਨਿਲ ਜੋਸ਼ੀ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਸਾਰੇ ਇਲਾਕਿਆਂ ਦੇ ਵਿੱਚ ਘੁੰਮ ਕੇ ਆਪਣੇ ਹੱਕ ਦੇ ਵਿੱਚ ਲਾਮਬੰਦੀ ਕੀਤੀ ਜਾ ਰਹੀ ਹੈ। ਕੀ ਕੁਝ ਅਨਿਲ ਜੋਸ਼ੀ ਨੇ ਇਸ ਪ੍ਰੈਸ ਕਾਨਫਰੰਸ ਦੇ ਦਰਮਿਆਨ ਕਿਹਾ, ਉਹ ਸੁਣੋ। ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਆ, ਅਸੀਂ ਪੰਜਾਬ ਦੇ ਕਿਸਾਨਾਂ ਦਾ ਮਸਲਾ ਹੱਲ ਕਰਵਾਵਾਂਗੇ ਤੇ ਇਹ ਗੱਲ ਜੇ ਨਹੀਂ ਤੁਸੀਂ ਕਰੋਗੇ ਤੇ ਫਿਰ ਮੈਂ ਪੰਜਾਬ ਜਾਊਂਗਾ ਤੇ ਹਾਂਜੀ ਪੰਜਾਬ ਬੀਜੇਪੀ ਨੂੰ ਬਹੁਤ ਕਲੀਅਰ ਕੀਤਾ, ਇੱਕ ਇੰਟਰਵਿਊ 'ਚ ਕਲੀਅਰ ਕੀਤਾ। ਪੰਜਾਬ ਭਾਰਤੀ ਜਨਤਾ ਪਾਰਟੀ ਨੂੰ ਮੈਂ ਕਿਹਾ ਸੀ ਅਸੀਂ ਪੋਲੀਟਿਕਸ ਪੰਜਾਬ 'ਚੋਂ ਕਰਨੀ ਆ, ਸਾਡੇ ਲੋਕਾਂ ਦੇ ਵਪਾਰ ਪੰਜਾਬ 'ਚ ਆ, ਸਾਡਾ 9 ਮਾਸ ਦਾ ਰਿਸ਼ਤਾ ਕਿਸਾਨਾਂ ਦੇ ਨਾਲ, ਸਾਡਾ ਵਪਾਰ ਕਿਸਾਨਾਂ ਨਾਲ। ਪੰਜਾਬ ਐਗਰੀਕਲਚਰ ਸਟੇਟ ਆ। ਪੰਜਾਬ ਦੇ ਵਿੱਚ ਹਰ ਹਾੜੀ ਸੌਣੀ ਲੋਕੀ ਡੀਕਦੇ ਆ, ਜਿੰਨਾ ਛੋਟੇ ਦੁਕਾਨਦਾਰ ਨੇ ਵੀ ਆਪਣੀ ਰੋਟੀ ਕਮਾਉਣੀ ਆ ਤੇ ਸਭ ਨੇ ਇੱਥੋਂ ਹੀ ਰੋਟੀ ਕਮਾਉਣੀ ਆ। ਇਸ ਕਰਕੇ ਸਾਡੀ ਸਾਂਝ ਜਿਹੜੀ ਆ ਆੜ੍ਹਤੀਆਂ ਦੀ, ਕਿਸਾਨਾਂ ਦੀ, ਸ਼ੈਲਰਾਂ ਵਾਲਿਆਂ ਦੀ, ਵਪਾਰੀਆਂ ਦੀ, ਉਹ ਬਹੁਤ ਪੱਕੀ ਆਪਸ ਵਿੱਚ। ਦੁੱਖ ਸੁੱਖ ਦੀ ਸਾਂਝ ਆ, ਰਾਤ ਦਿਨ ਦੀ ਸਾਂਝ ਆ, ਰੋਟੀ ਬੇਟੀ ਦੀ ਸਾਂਝ ਆ। ਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਨਾਲ ਖੜੇ ਹੋਈਏ ਕਿਉਂਕਿ ਅਸੀਂ ਪੰਜਾਬ ਦੇ ਆ। ਹਰ ਪਾਰਟੀ ਨੇ ਸਪੋਰਟ ਦੇ ਦਿੱਤੀ, ਕਾਂਗਰਸ ਨੇ ਦੇ ਦਿੱਤੀ, ਅਕਾਲੀਆਂ ਨੇ ਦੇ ਦਿੱਤੀ, ਆਮ ਪਾਰਟੀ ਨੇ ਦੇ ਦਿੱਤੀ, ਵਪਾਰਕ ਜਥੇਬੰਦੀਆਂ ਨੇ ਦੇ ਦਿੱਤੀ। ਅਸੀਂ 5ਵੇਂ ਹਿੱਸੇ ਦੇ ਵਿੱਚ ਇੱਥੇ ਕੋਲੀਸ਼ਨ ਦੇ ਵਿੱਚ ਸਰਕਾਰ ਦੇ ਵਿੱਚ ਰਹੇ ਆ, ਇਲੈਕਸ਼ਨਾਂ ਲੜਦੇ ਰਹੇ ਆ ਤੇ ਆਪਾਂ ਥੋੜੇ ਜਿਹੇ ਲੋਕ ਇੱਕ ਪਾਸੇ ਖਲੋ ਕੇ ਤੇ ਚੰਗਾ ਕਰੀ ਜਾਂਦੇ ਆ ਤੇ ਬਾਕੀ ਸਾਰੇ ਉਹਨਾਂ ਨੂੰ ਸਪੋਰਟ ਕਰਦੇ ਪਏ ਆ। ਅਸੀਂ ਕਿਉਂ ਨਹੀਂ ਕਹਿੰਦੇ ਹਾਂ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ। ਕਿਸਾਨਾਂ ਦੀ ਗੱਲ ਸੁਣੀ ਜਾਂਦੀ, ਤੁਹਾਡੀ ਗੱਲ ਸੁਣੀ ਜਾਵੇ ਕਿ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾਂਦੀ। 7 ਮਹੀਨੇ ਤੋਂ ਬਾਰਡਰਾਂ ਤੇ ਬੈਠੇ ਨੇ, ਚਾਹੇ ਸਰਦੀ ਹੈ ਚਾਹੇ ਗਰਮੀ ਹੈ। ਜਦੋਂ ਉਹਨਾਂ ਨੇ ਗੱਲ ਛੱਡਦੀ ਆਪਣੀ, ਜੇ ਉਹਨਾਂ ਨੇ ਵੀ ਨਹੀਂ ਛੱਡੀ ਮੈਂ ਵੀ ਨਹੀਂ ਛੱਡੀ ਆਪਣੀ, ਮੈਂ ਵੀ ਆ ਗਿਆ ਬਾਹਰ। ਇਹ ਮੇਰੇ ਨਾਲ ਸਾਥੀ ਪਿੰਡੇ, ਇਹਨਾਂ ਨੇ ਵੀ ਹੋਕਾ ਦਿੱਤਾ ਇਸ ਗੱਲ ਦਾ। KD ਭੰਡਾਰੀ ਜੀ ਨੇ ਜਲੰਧਰ ਤੋਂ ਦਿੱਤਾ, ਇਸੇ ਤਰ੍ਹਾਂ ਹੋਰ ਬਹੁਤ ਸਾਰੇ ਲੋਕਾਂ, ਮੋਹਿਤ ਜੀ ਨੇ ਦਿੱਤਾ ਉੱਥੋਂ ਬਠਿੰਡਿਓਂ। ਬਹੁਤ ਸਾਰੇ ਕਾਰਜਕਰਤਾ ਜਿਹੜੇ ਵਿਚਾਰੇ ਨਹੀਂ ਇਸ ਤਰ੍ਹਾਂ ਗੱਲ ਕਰ ਸਕਦੇ, ਉਹ ਸਾਰੇ ਹੀ ਕਹਿੰਦੇ ਆ। ਮਾਸਟਰ ਮੋਹਨ ਲਾਲ ਜੀ ਨੇ ਕਿਹਾ। ਇਸ ਕਰਕੇ ਹਰ ਇੱਕ ਦੇ ਮਨ 'ਚ ਆ 80% ਤੋਂ ਅਬਵ 90% ਕਾਰਜਕਰਤਾ ਇਹ ਸੋਚਦਾ ਹੈ ਮਸਲਾ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ। ਉਧਰ ਪੂਰੇ ਮੁਲਕ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਤੋੜ ਵੱਧ ਰਹੀਆਂ ਨੇ। ਜੀ ਹਾਂ, ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਤੋਂ ਵੀ ਉੱਤੇ ਹੋ ਚੁੱਕੀ ਹੈ ਤੇ ਜੇਕਰ ਡੀਜ਼ਲ ਦੀ ਗੱਲ ਕਰੀਏ ਤਾਂ 92 ਰੁਪਏ ਦੇ ਕਰੀਬ ਡੀਜ਼ਲ ਪੰਜਾਬ ਦੇ ਸੂਬੇ ਦੇ ਵਿੱਚ ਮਿਲ ਰਿਹਾ ਹੈ। ਇਸੇ ਦਰਮਿਆਨ ਵੱਖੋ ਵੱਖਰੀਆਂ ਧਿਰਾਂ ਹੁਣ ਉਹਨਾਂ ਦੇ ਵੱਲੋਂ ਵੀ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਅਜਿਹੇ ਪ੍ਰਦਰਸ਼ਨ ਦਿੱਲੀ ਦੇ ਵਿੱਚ ਵੀ ਹੋ ਰਹੇ ਨੇ। ਦਿੱਲੀ ਦੇ ਵਿੱਚ ਯੂਥ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਸਰਕਾਰ ਨੂੰ ਸ਼ੀਸ਼ਾ ਵਿਖਾਇਆ ਗਿਆ ਕਿ ਮੁਲਕ ਬਹੁਤ ਵੱਡੀ ਮਹਿੰਗਾਈ ਦੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ।
देश की मांग आज के दिन में यही है कि जो महंगाई जिस तरीके से बढ़ रही है और जिस तरीके से सरकार की अर्थव्यवस्था चरमराई हुई है, सरकार को सोए, सरकार को उठाने का काम हम कर रहे हैं कि आप जाग जाइए और आम जनता को जो आप लूट रहे हैं वो लूटना बंद करिए और नई नीतियाँ लाइए जिससे आप जनता को राहत दीजिए और इन पैकेजेस को बदलिए। जिस तरीके से सिलेंडर LPG के दाम इतने बढ़ गए हैं, हमारे टाइम में वो दाम 4 से 14 रुपये थे जब स्मृति ईरानी और भी जितनी भी महिला मंत्री थी सब सड़क पे आके विरोध कर रहे थे। हम उनको ढूंढ रहे हैं कि आप कहाँ हैं। आज वो स्मृति ईरानी जी कहाँ सो रही हैं जब उनको आज महिलाओं का दर्द नहीं दिख रहा। तो हम इसका विरोध कर रहे हैं, हम महंगाई का विरोध कर रहे हैं। महंगाई कम करनी चाहिए सरकार को ताकि आम जनता खुशहाली से अपनी जिंदगी बिता सके। कि क्यों इस देश में जब इतना कोविड का महाकाल चल रहा है, जब देश की अर्थव्यवस्था बिल्कुल खराब है, बिल्कुल लोगों के पास पैसे नहीं है, क्यों वो डेली तेल की कीमत बढ़ाए जा रहे हैं। कभी हम देखते हैं 1 रुपये बढ़ गया, कभी देखते हैं 20 पैसा बढ़ गया, कभी 30 पैसा बढ़ गया। ये क्यों नहीं वो बता रहे, इसका कारण क्या है, इसका रीजन क्या है कि ये डेली अपने प्राइस बढ़ाए जा रहे हैं। मैं इनसे कहता हूँ कि मैं इनसे सवाल पूछता हूँ कि अगर ये सच्चे हैं तो ये आइए और प्रेस कॉन्फ्रेंस करिए और प्रेस कॉन्फ्रेंस में अपने सारे जर्नलिस्ट भाइयों को मैं अपील करूंगा कि उनसे सवाल पूछो जी क्यों बढ़ाया जा रहा है। आप कहते हो जी सरकार का पैसा नहीं है तो आप सेंट्रल विस्टा प्रोजेक्ट कैसे फंड कर रहे हो। सेंट्रल विस्टा प्रोजेक्ट जिसकी कोई ज़रूरत नहीं थी, क्या हमारी पार्लियामेंट गिर गई, क्या हमारी पार्लियामेंट की दीवारें कमज़ोर पड़ गई, कुछ नहीं हुआ। लेकिन इन्होंने क्या करा जी, हम ये भी प्रोजेक्ट नया बना देंगे। जो इंडिया गेट इतना सुंदर दिखता था, आज जाके उसकी हालत देखिए क्या है। क्यों मोदी जी ये कर रहे हैं, क्यों? क्योंकि वो घबराते हैं, वो जानते हैं देश के खजाने उन्होंने खाली कर दिए हैं और उन खजानों को भरने के लिए दोबारा गरीब आदमी की, हम जैसे जो ज़रूरतमंद आदमी है जो डेली कमाई करके खाते हैं, उनका सहारा लेके वो उनकी जेबों से पैसा निकाल के अपने खजाने भर रहे हैं। उधर दिल्ली से गुरुद्वारा मैनेजमेंट कमेटी ਦੀਆਂ ਚੋਣਾਂ ਦੀ ਤਿਆਰੀ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਬੀਤੇ ਦਿਨੀ ਚੋਣਾਂ ਦਾ ਐਲਾਨ ਹੋਇਆ ਸੀ ਪਰ ਦਿੱਲੀ ਦੇ ਵਿੱਚ ਕੋਵਿਡ ਦੇ ਕੇਸਾਂ ਦੇ ਵਾਧੇ ਚੱਲਦਿਆਂ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨੂੰ ਰੋਕ ਦਿੱਤਾ ਗਿਆ ਸੀ। ਹੁਣ ਇੱਕ ਵਾਰ ਫਿਰ ਤੋਂ ਚੋਣਾਂ ਨੂੰ ਸ਼ੁਰੂ ਕੀਤਾ ਜਾਣਾ ਹੈ। ਚੋਣਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਤਿਆਰੀਆਂ ਜਿਹੜੀਆਂ ਵੱਖ-ਵੱਖ ਸਿਆਸੀ ਧਿਰਾਂ ਦੇ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। नहीं चुनाव की तो क्या तैयारी होनी, चुनाव की तैयारी तो हैगी आ। चुनाव तो की होंदा वोटां ही पैणियां ने ते जिन्ने काम कीता लोकां च उहनूं पै जाणियां ने। सो कोई चुनाव की तैयारी की लोड़ नहीं, काम अपनी कम्यूनिटी दा करिए, लोकां वोटी आपे पा देणी। अकाली दल तैयार है, असं तो 365 दिन तैयार। देश और दुनिया च कोई गल आउंदी है हर वेले तैयार ही दिखदे। चुनाव के लिए भी तैयार है। सब तो पहला ये लवाकी रुकवाउण वाले, आई करवाउण वाले। देखो जैसे ही एक कोविड का समय निकला है, सारे जो हमारे मेंबर थे दिल्ली से गुरुद्वारा प्रबंधक कमेटी के और अकाली दल के, सारे इस वक्त जहां कोरोना केयर सेंटर शुरू हुआ उस पर बिजी हो गए। उसके बाद हॉस्पिटल की तैयारियों में, इसको देखते हुए चुनावों के बारे में चर्चा करनी, क्योंकि चुनाव के मोड में हम चल रहे हैं और 2-3 दिन से जो ये बातें आ रही हैं कि शायद चुनाव 18 को हो जाए, 25 को हो जाए, उसको देखते हुए पार्टी के सारे कैंडिडेट्स को बुलाया गया और उनको उनके इलाकों से संबंधित बातें की गई है। उनको ये बातें भी उनसे पूछी गई हैं कि यहाँ पर कोई कमियाँ हों, कोई पार्टी के लेवल से कोई कमी हो, प्रचार का किस तरीके से करना चाहिए। सो इस बारे में उनके साथ सारों के साथ चर्चा हुई है जी। तो मतलब चुनाव के लिए आप तैयार हैं? बिल्कुल चुनाव के लिए तैयार है, चुनाव के अंदर ही हैं हम, तो चुनाव के लिए तैयारी क्या है। चुनाव तो हम 1 अप्रैल से लड़ते आ रहे हैं और मुझे उम्मीद है कि जो सरकार जो है 18 तारीख को चुनाव जो करा रही है वो निष्पक्ष होकर कराएगी और उसमें बहुत बड़ी जीत पार्टी की हासिल होगी। पंजाब इस ਵੇਲੇ ਦੇ ਵਿੱਚ ਫਿਲਹਾਲ ਲਈ ਇਹਨਾਂ ਹੀ ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।